ਸਭ ਤੋਂ ਪਹਿਲਾਂ ਸਾਰਿਆਂ ਨੂੰ ਮੇਰੇ ਵੱਲੋਂ ਜੈ ਮਸੀਹ ਦੀ। ਮੈਂ ਤੁਹਾਡਾ ਆਪਣਾ ਬ੍ਰਦਰ ਬਖਸ਼ੀਸ਼ ਰਾਏ ਬਠਿੰਡਾ ਤੋਂ ਪੰਜਾਬ ਤੋਂ ਹਾਂ। ਸੋ ਮੈਂ ਕੁਝ ਸਮੇਂ ਪਹਿਲਾਂ ਫੇਸਬੁੱਕ ਆਪਣੀ ਆਈਡੀ 'ਤੇ BR ਕਲਿਆਣਾ ਦੀ ਨਾਮ ਦੇ ਆਈਡੀ ਹੈ, ਉਸ ਤੋਂ ਮੈਂ ਇੱਕ ਪੋਸਟ ਅਪਡੇਟ ਕੀਤੀ ਸੀ ਜਿਹਦੇ ਵਿੱਚ ਮੈਂ ਲਿਖਿਆ ਸੀ ਕਿ ਪਲੀਜ਼ ਮੈਨੂੰ ਦੱਸੋ ਕਿ ਜੋ ਬੈਪਟਿਜ਼ਮ ਹੈ ਕਿ ਅਸੀਂ ਬੈਪਟਿਜ਼ਮ ਤੋਂ ਬਿਨਾਂ ਸਵਰਗ ਦੇ ਵਿੱਚ ਜਾ ਸਕਦੇ ਹਾਂ ਕਿ ਨਹੀਂ ਜਾ ਸਕਦੇ। ਸੋ ਮੇਰੇ ਕੁਝ ਮਸੀਹ ਜੋ ਬ੍ਰਦਰ ਸੀ, ਜਿਸ ਤਰ੍ਹਾਂ ਪਾਸਟਰ ਪ੍ਰੀਤ ਮਸੀਹ ਰਾਮਾ ਮੰਡੀ ਤੋਂ ਜਾਂ ਫਿਰ ਹੋਰ ਲੋਕਲ ਬਠਿੰਡਾ ਤੋਂ, ਜਿਨ੍ਹਾਂ ਨੇ ਦੱਸਿਆ, ਕਈਆਂ ਨੇ ਆਪਣੇ ਵਿਚਾਰ ਸਾਂਝੇ ਕੀਤੇ ਕਿ ਸਾਨੂੰ ਬੈਪਟਿਜ਼ਮ ਜ਼ਰੂਰੀ ਹੈ ਸਵਰਗ ਦੇ ਵਿੱਚ ਜਾਣ ਦੇ ਲਈ, ਔਰ ਕੁਝ ਕੁ ਮੇਰੇ ਵੀਰਾਂ ਨੇ ਆਖਿਆ ਕਿ ਸਵਰਗ ਦੇ ਵਿੱਚ ਜਾਣ ਦੇ ਲਈ ਬੈਪਟਿਜ਼ਮ ਜ਼ਰੂਰੀ ਨਹੀਂ ਹੈ। ਸੋ ਪ੍ਰਭੂ ਤੁਹਾਨੂੰ ਬਹੁਤ ਸਾਰੀ ਆਸ਼ੀਸ਼ ਦੇਵੇ ਜਿਨ੍ਹਾਂ ਨੇ ਆਪਣੇ ਵਿਚਾਰ ਸਾਂਝੇ ਕੀਤੇ। ਪ੍ਰਭੂ ਤੁਹਾਨੂੰ ਸਾਰਿਆਂ ਨੂੰ ਵੱਡੀ ਆਸ਼ੀਸ਼ ਔਰ ਬਰਕਤ ਦੇਵੇ। ਸੋ ਅੱਜ ਮੈਂ ਇਸੇ ਵਿਸ਼ੇ ਦੇ ਵਿੱਚ ਗੱਲ ਕਰਨ ਜਾ ਰਿਹਾ। ਸੋ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਮੈਂ ਆਪਣੇ ਵਿਚਾਰ ਤੁਹਾਡੇ ਨਾਲ ਸਾਂਝੇ ਕਰਨੇ ਚਾਹੁੰਦਾ ਕਿ ਬੈਪਟਿਜ਼ਮ ਕਿ ਜ਼ਰੂਰੀ ਹੈ ਕਿ ਅਸੀਂ ਸਵਰਗ ਦੇ ਵਿੱਚ ਉਹਦੇ ਨਾਲ ਜਾ ਸਕਦੇ ਹਾਂ ਜਾਂ ਉਸ ਤੋਂ ਬਿਨਾਂ ਨਹੀਂ ਜਾ ਸਕਦੇ। ਸੋ ਮੇਰੇ ਭੈਣੋ ਭਰਾਵੋ, ਜਿਹੜੇ ਲੋਕ ਮਸੀਹ ਦੇ ਵਿੱਚ ਨਵੇਂ ਹੈ, ਬਹੁਤ ਸਾਰੀਆਂ ਅਫਵਾਹਾਂ, ਬਹੁਤ ਸਾਰੇ ਗਲਤ ਪ੍ਰਚਾਰਕ ਲੋਕ ਜੋ ਗਲਤ ਸਿੱਖਿਆ ਨੂੰ ਸਾਡੇ ਵਿੱਚ ਲੈ ਕੇ ਆਉਂਦੇ ਨੇ, ਜਿਹੜੇ ਕਹਿੰਦੇ ਨੇ ਕਿ ਬਪਤਿਸਮੇ ਤੋਂ ਬਗੈਰ ਅਸੀਂ ਸਵਰਗ ਜਾ ਸਕਦੇ ਹਾਂ, ਬਪਤਿਸਮਾ ਜ਼ਰੂਰੀ ਨਹੀਂ ਹੈ, ਬਪਤਿਸਮਾ ਸਾਨੂੰ ਸਵਰਗ ਜਾਣ ਦੇ ਵਾਸਤੇ ਕੋਈ ਲਾਇਸੈਂਸ ਲੈਣ ਦੀ ਲੋੜ ਨਹੀਂ ਹੈ। ਸੋ ਮੇਰੇ ਭੈਣ ਭਰਾਓ, ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਣਾ ਚਾਹੁੰਦਾ, ਇਹ ਪੁਰਾਣੇ ਨੇਮ ਦਾ ਨਹੀਂ, ਇਹ ਨਵੇਂ ਨੇਮ ਦਾ ਇੱਕ ਹੁਕਮ ਹੈ ਜਿਹੜਾ ਸਾਨੂੰ ਮੰਨਣਾ ਚਾਹੀਦਾ। ਜਿਸ ਤਰ੍ਹਾਂ ਪੁਰਾਣੇ ਨੇਮ ਦੇ ਵਿੱਚ ਅਬਰਾਹਮ ਨੂੰ ਪਰਮੇਸ਼ਰ ਨੇ ਆਖਿਆ ਕਿ ਤੂੰ ਆਪਣੇ ਪੁੱਤਰਾਂ ਦੀ ਖਤਨਾ ਕਰਵਾਉਣੀ ਹੈ, ਔਰ ਇਹ ਸਭ ਤੋਂ ਪਹਿਲਾਂ ਉਹਨੇ ਖਤਨਾ ਕੀਤੀ, ਔਰ ਉਸ ਤੋਂ ਬਾਅਦ ਉਹ ਸਿਸਟਮ ਯਿਸੂ ਮਸੀਹ ਤੱਕ ਚੱਲਦਾ ਰਿਹਾ। ਔਰ ਜਦੋਂ ਉਸ ਤੋਂ ਬਾਅਦ ਯਿਸੂ ਮਸੀਹ ਨੇ ਜਦੋਂ ਆਉਣਾ ਸੀ, ਆਪਾਂ ਦੇਖਦੇ ਹਾਂ यूहन्ना ਬਪਤਿਸਮਾ ਦੇਣ ਵਾਲਾ, ਜੌਨ ਦਾ ਬੈਪਟਿਸਟ, ਉਹਨੇ ਆ ਕੇ ਉਸ ਜ਼ਿੰਮੇਵਾਰ ਨੂੰ ਸੰਭਾਲਿਆ ਕਿ ਬਪਤਿਸਮਾ ਦੇਣਾ ਸ਼ੁਰੂ ਕੀਤਾ। ਔਰ ਯਿਸੂ ਮਸੀਹ ਨੇ ਸਾਨੂੰ ਇੱਕ ਹੁਕਮ ਦਿੱਤਾ, ਜਿਹੜਾ ਅਸੀਂ ਮਸੀਹ ਹੋਣ ਦੇ ਨਾਤੇ ਸਾਨੂੰ ਇਹ ਮੰਨਣਾ ਚਾਹੀਦਾ ਹੈ ਕਿ ਅਸੀਂ ਬੈਪਤਿਸਮਾ ਲਈਏ, ਬੈਪਟਿਜ਼ਮ ਲਈਏ, ਜੋ ਕਿ ਬਾਈਬਲ ਦੀ ਮਹਾਨ ਔਰ ਮੇਨ ਆਗਿਆ ਹੈ। ਔਰ ਅਗਰ ਅਸੀਂ ਇਹਨੂੰ ਨਹੀਂ ਮੰਨਦੇ ਤਾਂ ਸਭ ਤੋਂ ਪਹਿਲਾਂ ਅਸੀਂ ਭਾਵੇਂ ਮਸੀਹ ਹਾਂ, ਸਭ ਤੋਂ ਪਹਿਲਾਂ ਅਸੀਂ ਪਰਮੇਸ਼ਰ ਦੇ ਪਵਿੱਤਰ ਕਲਾਮ ਦਾ ਆਦਰ ਨਹੀਂ ਕਰ ਰਹੇ ਅਗਰ ਅਸੀਂ ਨਹੀਂ ਮੰਨਦੇ ਤਾਂ। ਸੋ ਮੇਰੇ ਭਰਾਵੋ, ਸਭ ਤੋਂ ਪਹਿਲਾਂ ਸਾਨੂੰ ਮੰਨਣਾ ਚਾਹੀਦਾ ਹੈ ਕਿ ਇਹ ਪਰਮੇਸ਼ਰ ਦੀ ਆਗਿਆ ਹੈ ਜਿਹੜੀ ਸਾਨੂੰ ਆਪਣੀ ਜ਼ਿੰਦਗੀ ਵਿੱਚ ਲਾਗੂ ਕਰਨੀ ਚਾਹੀਦੀ ਹੈ ਕਿ ਸਾਨੂੰ ਬੈਪਟਿਜ਼ਮ ਹਰ ਇੱਕ ਮਸੀਹ ਨੂੰ ਲੈਣਾ ਚਾਹੀਦਾ ਹੈ। ਸੋ ਮੇਰੇ ਭੈਣ ਭਰਾਓ, ਸਭ ਤੋਂ ਪਹਿਲਾਂ ਬੈਪਟਿਜ਼ਮ ਲੈਣ ਤੋਂ ਪਹਿਲਾਂ ਤੁਹਾਨੂੰ ਇੰਨੀ ਕੁ ਨੌਲੇਜ ਹੋਣੀ ਚਾਹੀਦੀ ਹੈ ਕਿ ਬੈਪਟਿਜ਼ਮ ਕੀ ਹੈ, ਅਸੀਂ ਕਿਉਂ ਲੈਂਦੇ ਹਾਂ, ਇਹਦਾ ਫਾਇਦਾ ਕੀ ਹੈ, ਇਹਦਾ ਨੁਕਸਾਨ ਕੀ ਹੈ। ਜਦੋਂ ਤੱਕ ਅਸੀਂ ਪਰਮੇਸ਼ਰ ਦੇ ਵਚਨ ਨੂੰ ਸਮਝਦੇ ਨਹੀਂ ਹਾਂ, ਬਿਨਾਂ ਬਪਤਿਸਮੇ ਤੋਂ, ਬਿਨਾਂ ਸਮਝਣ ਤੋਂ ਬਗੈਰ ਸਾਨੂੰ ਅਗਰ ਅਸੀਂ ਬਪਤਿਸਮਾ ਲੈਂਦੇ ਹਾਂ ਤਾਂ ਕਈ ਵਾਰ ਅਸੀਂ ਕਈ ਗਲਤੀਆਂ ਕਰ ਬੈਠਦੇ ਹਾਂ। ਸੋ ਮੇਰੇ ਭੈਣੋ ਭਰਾਵੋ, ਬਪਤਿਸਮਾ ਲੈਣ ਤੋਂ ਪਹਿਲਾਂ ਸਾਨੂੰ ਬਪਤਿਸਮੇ ਬਾਰੇ ਜੋ ਅਸੀਂ ਕੰਮ ਕਰਨ ਜਾ ਰਹੇ ਹਾਂ ਉਹਦੇ ਬਾਰੇ ਸਾਨੂੰ ਅੱਛੇ ਤਰੀਕੇ ਦੇ ਨਾਲ ਨੌਲੇਜ ਲੈਣੀ ਚਾਹੀਦੀ ਹੈ, ਫਿਰ ਸਾਨੂੰ ਉਹ ਨੈਕਸਟ ਸਟੈਪ ਚੁੱਕਣਾ ਚਾਹੀਦਾ ਹੈ। ਸੋ ਜੋ ਮਸੀਹ ਲੋਕ ਨੇ, ਮੈਂ ਸਾਰਿਆਂ ਨੂੰ ਇਹੀ ਦੱਸਣਾ ਚਾਹਾਂਗਾ ਕਿ ਜਿਨ੍ਹਾਂ ਲੋਕਾਂ ਨੇ ਬਪਤਿਸਮਾ ਨਹੀਂ ਲਿਆ, ਉਹ ਮੇਰੇ ਭੈਣੋ ਭਰਾਵੋ, ਸਾਰੇ ਮੇਰੇ ਭਰਾ, ਮੇਰੇ ਵੀਰ, ਮੇਰੀਆਂ ਭੈਣਾਂ ਜਾਂ ਬੱਚੇ ਜਾਂ ਵੱਡੇ ਭਰਾ, ਉਹਨਾਂ ਨੂੰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਸਾਨੂੰ ਬਪਤਿਸਮਾ ਲੈਣਾ ਚਾਹੀਦਾ ਹੈ, ਕਿਉਂਕਿ ਇਹ ਇੱਕ ਪਰਮੇਸ਼ਰ ਦੀ ਆਗਿਆ ਹੈ। ਜਿਸ ਤਰ੍ਹਾਂ ਲਿਖਿਆ ਹੈ ਕਿ ਜਾਓ, ਜਾ ਕੇ ਸਾਰੀਆਂ ਕੌਮਾਂ ਨੂੰ ਚੇਲੇ ਬਣਾਓ ਔਰ ਉਹਨਾਂ ਨੂੰ ਪਿਤਾ, ਪੁੱਤਰ, ਪਵਿੱਤਰ ਆਤਮਾ ਦੇ ਨਾਮ ਵਿੱਚ ਬਪਤਿਸਮਾ ਦਿਓ ਔਰ ਉਹਨਾਂ ਨੂੰ ਸਿਖਾਓ ਜਿਹੜੀਆਂ ਗੱਲਾਂ ਮੈਂ ਤੁਹਾਨੂੰ ਸਿਖਾਈਆਂ ਨੇ। ਸੋ ਇੱਕ ਆਗਿਆ ਹੈ, ਮਹਾਨ ਆਗਿਆ। ਅਗਰ ਅਸੀਂ ਇਹਦੀ ਪਾਲਣਾ ਨਹੀਂ ਕਰਦੇ ਤਾਂ ਸਾਡੇ ਵਿੱਚ ਕੋਈ ਨਾ ਕੋਈ ਫਾਲਟ ਹੈ, ਕੋਈ ਗਲਤੀ ਹੈ, ਮਤਲਬ ਕਿਤੇ ਨਾ ਕਿਤੇ ਅਸੀਂ ਚੁੱਕ ਰਹੇ ਹਾਂ ਅਸੀਂ ਆਪਣੀ ਜ਼ਿੰਮੇਵਾਰੀ ਨਿਭਾਉਣ ਦੇ ਲਈ। ਦੂਸਰੀ ਗੱਲ, ਬਪਤਿਸਮਾ ਹੁੰਦਾ ਕੀ ਹੈ? ਸਭ ਤੋਂ ਪਹਿਲਾਂ ਇਹ ਇੱਕ ਮਹਾਨ ਆਗਿਆ ਹੈ ਜਿਹੜੀ ਸਾਨੂੰ ਪੂਰੀ ਕਰਨੀ ਚਾਹੀਦੀ ਹੈ। ਦੂਸਰੀ ਗੱਲ, ਬਾਈਬਲ ਸਾਨੂੰ ਦੱਸਦੀ ਹੈ ਕਿ ਜਦੋਂ ਅਸੀਂ ਬਪਤਿਸਮਾ ਲੈਂਦੇ ਹਾਂ, ਅਸੀਂ ਮਸੀਹ ਨੂੰ ਆਪਣੇ ਉੱਪਰ ਪਹਿਨ ਲੈਂਦੇ ਹਾਂ।
ਜਦੋਂ ਅਸੀਂ ਮਸੀਹ ਨੂੰ ਪਹਿਨਦੇ ਹਾਂ ਤਾਂ ਅਸੀਂ ਹੁਣ ਜੋ ਪਹਿਲਾਂ ਸੀ ਅਸੀਂ ਉਹ ਨਹੀਂ ਰਹੇ। ਬੈਪਟਿਜ਼ਮ ਦਾ ਮਤਲਬ ਕੀ ਹੈ ਕਿ ਅਸੀਂ ਆਪਣੇ ਆਪ ਨੂੰ, ਜਦੋਂ ਅਸੀਂ ਪਾਣੀ ਦੇ ਅੰਦਰ ਜਾਂਦੇ ਹਾਂ, ਆਪਣੇ ਆਪ ਨੂੰ, ਸਾਡੀ ਪੁਰਾਣੀ ਜ਼ਿੰਦਗੀ ਸਮਾਪਤ ਹੋ ਜਾਂਦੀ ਹੈ, ਪੁਰਾਣੀ ਜ਼ਿੰਦਗੀ ਖਤਮ ਹੋ ਜਾਂਦੀ ਹੈ, ਅਸੀਂ ਮਰ ਜਾਂਦੇ ਹਾਂ ਪੁਰਾਣਿਆਂ ਕੰਮਾਂ ਤੋਂ, ਪੁਰਾਣੇ ਪਾਪਾਂ ਤੋਂ, ਪੁਰਾਣੀਆਂ ਗਲਤੀਆਂ ਤੋਂ। ਔਰ ਜਦੋਂ ਅਸੀਂ ਪਾਣੀ ਤੋਂ ਬਾਹਰ ਆਉਂਦੇ ਹਾਂ, ਇੱਕ ਸਾਡੀ ਨਵੀਂ ਜ਼ਿੰਦਗੀ ਸ਼ੁਰੂ ਹੋ ਜਾਂਦੀ ਹੈ। ਅਸੀਂ ਇਸ ਨੂੰ ਕਹਿ ਸਕਦੇ ਹਾਂ ਕਿ ਬੈਪਟਿਜ਼ਮ ਜਸਟ ਲਾਈਕ ਏ ਟੌਮ ਦੀ ਤਰ੍ਹਾਂ ਹੈ, ਇੱਕ ਕਵਰ ਦੀ ਤਰ੍ਹਾਂ ਹੈ ਕਿ ਅਸੀਂ ਕਵਰ ਦੇ ਵਿੱਚ ਜਾਂਦੇ ਹਾਂ, ਸਾਡੀ ਪੁਰਾਣੀ ਜ਼ਿੰਦਗੀ ਖਤਮ ਹੋ ਜਾਂਦੀ ਹੈ, ਇੱਕ ਨਵੀਂ ਜ਼ਿੰਦਗੀ ਸ਼ੁਰੂ ਹੋ ਜਾਂਦੀ ਹੈ। ਸੋ ਮੇਰੇ ਭੈਣੋ ਭਰਾਵੋ, ਸੱਚਮੁੱਚ ਜੋ ਬੈਪਟਿਜ਼ਮ ਹੈ ਇਹ ਇੱਕ ਕਵਰ ਦੀ ਤਰ੍ਹਾਂ ਹੈ। ਅਗਰ ਅਸੀਂ ਜੋ ਸ਼ਬਦ ਬੈਪਟਿਜ਼ਮ ਹੈ, ਇਹ ਕੋਈ ਆਪਣਾ ਪੰਜਾਬੀ ਜਾਂ ਇੰਗਲਿਸ਼ ਵਰਡ ਨਹੀਂ ਹੈ, ਇੱਕ ਗ੍ਰੀਕ ਭਾਸ਼ਾ ਦਾ ਸ਼ਬਦ ਹੈ ਜਿਹਦਾ ਮਤਲਬ ਇਹੀ ਹੈ ਕਿ ਪਾਣੀ ਦੇ ਅੰਦਰ ਡੁਬਕੀ ਲਗਾਉਣਾ। ਜਿਸ ਤਰ੍ਹਾਂ ਇੱਕ ਸ਼ਬਦ ਦਾ ਡੁਬਕੀ ਲਗਾਉਣਾ, ਇਸੇ ਤਰੀਕੇ ਬੈਪਟਿਜ਼ਮ ਦਾ ਸ਼ਬਦ ਦਾ ਮਤਲਬ ਹੈ ਡੁਬਕੀ ਲਗਾਉਣਾ, ਮਤਲਬ ਪਾਣੀ ਦੇ ਅੰਦਰ ਜਾਣਾ। ਸੋ ਅੱਜ ਕੱਲ੍ਹ ਸੰਸਾਰ ਦੇ ਵਿੱਚ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ, ਪੂਰੀ ਦੁਨੀਆ ਦੇ ਵਿੱਚ, ਕਿ ਬਹੁਤ ਪ੍ਰਕਾਰ ਦੇ ਬੈਪਟਿਜ਼ਮ ਚੱਲ ਗਏ ਨੇ। ਕੋਈ ਛਿੱਟੇ ਨਾਲ ਦੇ ਰਿਹਾ ਹੈ, ਕੋਈ ਗਲਾਸ ਚੱਕ ਕੇ ਦੇ ਰਿਹਾ ਹੈ, ਕੋਈ ਜਿਸ ਤਰ੍ਹਾਂ ਬਾਈਬਲ ਸਾਨੂੰ ਦੱਸਦੀ ਹੈ ਕਿ ਪਾਣੀ ਦੇ ਅੰਦਰ ਜਾ ਕੇ ਸਾਨੂੰ ਦੇਣਾ ਚਾਹੀਦਾ, ਡੁਬਕੀ ਲਗਾਉਣੀ ਚਾਹੀਦੀ ਹੈ। ਜਾਂ ਫਿਰ ਹੋਰ ਕਈ ਲੋਕ ਝੰਡੇ ਵਾਲੇ ਵੀ ਚੱਲੇ ਹੋਏ ਹੈ, ਝੰਡੇ ਦੇ ਥੱਲੋਂ ਦੀ ਟਪਾਉਂਦੇ ਆ, ਕਹਿੰਦੇ ਤੁਹਾਡਾ ਬੈਪਟਿਜ਼ਮ ਹੋ ਗਿਆ। ਜਾਂ ਮਤਲਬ ਬਹੁਤ ਪ੍ਰਕਾਰ ਦੇ ਆ, ਬਹੁਤ ਸਾਰੀਆਂ ਸੰਸਥਾਵਾਂ ਇਹੋ ਜਿਹੀਆਂ ਚੱਲੀਆਂ ਹੋਈਆਂ ਜਿਹੜੀਆਂ ਦੱਸਦੀਆਂ ਨੇ ਕਿ ਸਾਨੂੰ ਬੈਪਟਿਜ਼ਮ ਲੈਣਾ ਹੀ ਨਹੀਂ ਚਾਹੀਦਾ। ਮੈਂ ਜਦੋਂ ਕੇਰਲਾ ਸਟੱਡੀ ਕਰਨ ਦੇ ਲਈ ਗਿਆ, ਉੱਥੇ ਇੱਕ ਸੰਸਥਾ ਸੀ, ਉਹਨਾਂ ਦਾ ਅਲੱਗ ਚਰਚ ਸੀ। ਉਹ ਕਹਿ ਰਹੇ ਸੀ ਕਿ ਬੈਪਟਿਜ਼ਮ ਜ਼ਰੂਰੀ ਨਹੀਂ ਹੈ, ਔਰ ਉਹਨਾਂ ਦਾ ਵੀ ਸਿਸਟਮ ਚੱਲ ਰਿਹਾ ਸੀ, ਬਹੁਤ ਦੁਨੀਆ, ਬਹੁਤ ਇਕੱਠ ਉੱਥੇ ਹੁੰਦਾ ਸੀ। ਪਰ ਐਕਚੁਅਲ ਦੇ ਵਿੱਚ ਜੋ ਸਾਨੂੰ ਬਾਈਬਲ ਦੱਸਦੀ ਹੈ ਕਿ ਬੈਪਟਿਜ਼ਮ ਸਾਨੂੰ ਲੈਣਾ ਚਾਹੀਦਾ ਹੈ। ਔਰ ਮੇਰੇ ਭੈਣ ਭਰਾਵੋ, ਬਹੁਤ ਪ੍ਰਕਾਰ ਦੀਆਂ ਸੰਸਥਾਵਾਂ ਨੇ, ਪਰ ਮੈਂ ਤੁਹਾਨੂੰ ਇੱਕੋ ਹੀ ਗੱਲ ਦੱਸਣਾ ਚਾਹੁੰਦਾ, ਜੋ ਬਾਈਬਲ ਸਾਨੂੰ ਦੱਸਦੀ ਹੈ, ਜੋ ਬਾਈਬਲ ਦੇ ਵਿੱਚ ਲਿਖਿਆ ਹੋਇਆ ਉਹੀ ਸਾਨੂੰ ਮੰਨਣਾ ਚਾਹੀਦਾ। ਅਗਰ ਬਾਈਬਲ ਸਾਨੂੰ ਦੱਸਦੀ ਹੈ ਕਿ ਸਾਨੂੰ ਬੈਪਟਿਜ਼ਮ ਲੈਣਾ ਚਾਹੀਦਾ, ਤਾਂ ਮੇਰੇ ਹਿਸਾਬ ਦੇ ਨਾਲ ਸਾਨੂੰ ਕਿਸੇ ਸੰਸਥਾ ਦੀ ਜਾਂ ਕਿਸੇ ਪਰਟੀਕੂਲਰ ਪਰਸਨ ਨੂੰ ਛੱਡ ਕੇ ਜੋ ਬਾਈਬਲ ਸਾਨੂੰ ਦੱਸਦੀ ਹੈ ਉਹਦੀ ਆਗਿਆ ਨੂੰ ਸਾਨੂੰ ਮੰਨਣਾ ਚਾਹੀਦਾ ਹੈ। ਸੋ ਜੋ ਛਿੱਟੇ ਵਾਲਾ ਬੈਪਟਿਜ਼ਮ ਹੈ, ਜਾਂ ਸਿਰ ਦੇ ਉੱਪਰ ਅਸੀਂ ਪਾਣੀ ਡੋਲ ਕੇ ਬਪਤਿਸਮਾ ਦਿੰਦੇ ਹੈ, ਕਈ ਤੁਸੀਂ ਪੌਲੁਸ ਦੀ ਤੁਸੀਂ ਵੀਡੀਓ ਵੇਖੀ ਹੋਏਗੀ, ਫਿਲਮ ਦੇਖੀ ਹੋਏਗੀ, ਉਹਦੇ ਵਿੱਚ ਹਨਾਨੀਆਂ ਪੌਲੁਸ ਨੂੰ ਗੜਵੀ ਦੇ ਨਾਲ ਬਪਤਿਸਮਾ ਦਿੰਦਾ। ਇੱਕ ਵਾਟਾ ਜੋ ਉਹਦੇ ਹੱਥ ਵਿੱਚ ਹੁੰਦਾ, ਉਹ ਸਿਰ ਦੇ ਉੱਤੇ ਡੋਲ ਕੇ ਉਹਨੂੰ ਬੈਪਟਿਜ਼ਮ ਦਿੰਦਾ। ਪਰ ਐਕਚੁਅਲ ਦੇ ਵਿੱਚ ਜੋ ਬਾਈਬਲ ਸਾਨੂੰ ਦੱਸਦੀ ਹੈ ਉਹ ਹੈ ਇਮਰਸ਼ਨ, ਮਤਲਬ ਡੁਬਕੀ ਵਾਲਾ ਬਪਤਿਸਮਾ। ਔਰ ਬੈਪਟਿਜ਼ਮ ਦਾ ਮਤਲਬ ਹੀ ਇਹੀ ਹੈ ਕਿ ਡੁਬਕੀ ਲਗਾਉਣਾ, ਨਾ ਕਿ ਸਿਰ 'ਤੇ ਛਿੱਟੇ ਮਾਰਨੇ, ਸਪ੍ਰਿੰਕਲਿੰਗ ਕਰਨੀ, ਜਾਂ ਫਿਰ ਕਿਸੇ ਗਲਾਸ ਜਾਂ ਗੜਬੀ ਦੇ ਨਾਲ ਉਹਦੇ ਸਿਰ ਦੇ ਉੱਤੇ ਪਾਣੀ ਪਾਉਣਾ, ਉਹਨੂੰ ਬਪਤਿਸਮਾ ਨਹੀਂ ਕਹਿੰਦੇ। ਸੋ ਮੇਰੇ ਭੈਣ ਭਰਾਵੋ, ਜਿਹੜੇ ਲੋਕਾਂ ਨੇ ਬਪਤਿਸਮਾ ਨਹੀਂ ਲਿਆ ਜਾਂ ਲੈਣਾ ਚਾਹੁੰਦੇ ਹੈ, ਸੋ ਮੈਂ ਤੁਹਾਨੂੰ ਇਹੀ ਆਖਾਂਗਾ ਕਿ ਜਲਦੀ ਤੋਂ ਜਲਦੀ ਸਾਨੂੰ ਇਸ ਰਸਮ ਨੂੰ, ਜੋ ਇੱਕ ਪਵਿੱਤਰ ਰਸਮ ਹੈ, ਸਪਿਰਿਚੁਅਲੀ, ਆਤਮਿਕ ਤਰੀਕੇ ਦੇ ਨਾਲ ਸਾਨੂੰ ਲੈਣਾ ਚਾਹੀਦਾ ਹੈ, ਕਿਉਂਕਿ ਸੱਚਮੁੱਚ ਇਸ ਤੋਂ ਬਗੈਰ ਅਸੀਂ ਸਵਰਗ ਦੇ ਵਿੱਚ, ਜੋ ਸਾਡਾ ਮਸੀਹ ਵਿਸ਼ਵਾਸ ਹੈ, ਅਸੀਂ ਸਵਰਗ ਦੇ ਵਿੱਚ ਇਸ ਤੋਂ ਬਿਨਾਂ ਨਹੀਂ ਜਾ ਸਕਦੇ। ਸੋ ਅਗਰ ਅਸੀਂ ਸਵਰਗ ਵਿੱਚ ਜਾਣਾ ਚਾਹੁੰਦੇ ਹਾਂ ਤਾਂ ਸਾਨੂੰ ਬਾਈਬਲ ਦੀ ਮਹਾਨ ਆਗਿਆ ਨੂੰ ਮੰਨਣਾ ਹੋਵੇਗਾ। ਔਰ ਅਸੀਂ ਪਰਮੇਸ਼ਰ, ਔਰ ਬਹੁਤ ਸਾਰੇ ਲੋਕ ਉਦਾਹਰਨ ਦਿੰਦੇ ਹੈ ਕਿ ਬੈਪਟਿਜ਼ਮ ਠੀਕ ਹੈ, ਜ਼ਰੂਰੀ ਹੈ, ਪਰ ਜਿਸ ਤਰ੍ਹਾਂ ਯਿਸੂ ਮਸੀਹ ਦੇ ਨਾਲ ਦੋ ਡਾਕੂ ਸੀ, ਔਰ ਉਹਨਾਂ ਦੇ ਵਿੱਚੋਂ ਇੱਕ ਨੇ ਬਪਤਿਸਮਾ ਨਹੀਂ ਲਿਆ ਹੋਇਆ ਸੀ, ਉਹਨੇ ਇਕਰਾਰ ਕੀਤਾ ਔਰ ਮੰਨਿਆ ਆਪਣੀਆਂ ਗਲਤੀਆਂ ਨੂੰ, ਔਰ ਯਿਸੂ ਮਸੀਹ ਨੂੰ ਕਿਹਾ ਕਿ ਯਿਸੂ ਮਸੀਹ ਨੇ ਉਹਨੂੰ ਕਿਹਾ ਕਿ ਤੂੰ ਅੱਜ ਮੇਰੇ ਨਾਲ ਸਵਰਗ ਦੇ ਵਿੱਚ ਜਾਵੇਂਗਾ। ਸੋ ਮੇਰੇ ਭੈਣੋ ਭਰਾਵੋ, ਉਹ ਇੱਕ ਸੱਚਮੁੱਚ ਉਹਦੇ ਕੋਲੇ ਬੈਪਟਿਜ਼ਮ ਲੈਣ ਦੇ ਲਈ ਸਮਾਂ ਨਹੀਂ ਸੀ। ਅਗਰ ਸਾਡੇ ਕੋਲੇ ਸਮਾਂ ਹੈ ਤਾਂ ਅਸੀਂ ਜਲਦੀ ਤੋਂ ਜਲਦੀ ਬਪਤਿਸਮਾ ਲੈ ਕੇ ਅਸੀਂ ਸਵਰਗ ਰਾਜ ਦੇ ਲਈ ਇੱਕ ਤਿਆਰੀ ਕਰੀਏ, ਤਾਂ ਜੋ ਅਸੀਂ ਸਾਰੇ ਮਿਲ ਕੇ ਉੱਥੇ ਜਾਈਏ ਔਰ ਪਰਮੇਸ਼ਰ ਦੀ ਆਰਾਧਨਾ ਔਰ ਪਰਮੇਸ਼ਰ ਦੀ ਮਹਿਮਾ ਕਰ ਸਕੀਏ। ਸੋ ਬੈਪਟਿਜ਼ਮ ਸਾਨੂੰ ਸਾਰਿਆਂ ਨੂੰ ਲੈਣਾ ਚਾਹੀਦਾ ਹੈ। ਸੋ ਮੇਰਾ ਵੀ ਇਹੀ ਵਿਚਾਰ ਹੈ ਕਿ ਬੈਪਟਿਜ਼ਮ ਬਹੁਤ ਜ਼ਰੂਰੀ ਹੈ, ਇਸ ਤੋਂ ਬਿਨਾਂ
ਜਸਟ ਲਾਈਕ ए ਲਾਇਸੈਂਸ ਕਿ ਅਸੀਂ ਇਸ ਤੋਂ ਬਗੈਰ ਗੱਡੀ ਨਹੀਂ ਚਲਾ ਸਕਦੇ, ਇਸ ਤੋਂ ਬਗੈਰ ਅਸੀਂ ਟਿਕਟ ਤੋਂ ਬਗੈਰ ਅਸੀਂ ਐਂਟਰ ਨਹੀਂ ਕਰ ਸਕਦੇ, ਜਾਂ ਫਿਰ ਪਾਸਪੋਰਟ ਤੋਂ ਬਿਨਾਂ ਅਸੀਂ ਟਿਕਟ ਤੋਂ ਬਿਨਾਂ ਅਸੀਂ ਕਿਸੇ ਦੂਸਰੀ ਕੰਟਰੀ ਦੇ ਵਿੱਚ ਨਹੀਂ ਜਾ ਸਕਦੇ, ਵੀਜ਼ੇ ਤੋਂ ਬਿਨਾਂ। ਸੋ ਸਾਨੂੰ ਸਾਡੇ ਕੋਲ ਹੋਣਾ ਚਾਹੀਦਾ ਹੈ, ਸਾਨੂੰ ਲੈਣਾ ਚਾਹੀਦਾ ਹੈ। ਔਰ ਮੇਰਾ ਵਿਸ਼ਵਾਸ ਹੈ, ਮੇਰੀ ਆਸ ਹੈ ਕਿ ਜਿਹੜੇ ਲੋਕ ਮੈਨੂੰ ਸੁਣ ਰਹੇ ਹੈ, ਜਿਹੜੇ ਲੋਕ ਮਸੀਹ ਹੈ, ਜਲਦੀ ਤੋਂ ਜਲਦੀ ਬਪਤਿਸਮਾ ਲਓ ਔਰ ਉਸ ਤੋਂ ਬਾਅਦ ਆਪਣੀ ਸਪਿਰਿਚੁਅਲ ਜ਼ਿੰਦਗੀ ਨੂੰ ਵਧਾਓ, ਪ੍ਰੇਅਰ ਲਾਈਫ ਨੂੰ ਉਹਨੂੰ ਵਧਾਓ। ਸੁਬਾਹ ਸ਼ਾਮ ਜਦੋਂ ਸਾਨੂੰ ਟਾਈਮ ਮਿਲਦਾ ਹੈ ਤਾਂ ਸਾਨੂੰ ਪ੍ਰਾਰਥਨਾ ਕਰੋ, ਔਰ ਪਰਮੇਸ਼ਰ ਤੁਹਾਨੂੰ ਬਹੁਤ ਸਾਰੀ ਆਸ਼ੀਸ਼ ਦੇਵੇਗਾ। ਔਰ ਪਰਮੇਸ਼ਰ ਜੋ ਸਾਨੂੰ ਚਾਹੀਦਾ ਹੈ, ਸਾਡੀਆਂ ਰੋਜ਼ਾਨਾ ਜ਼ਿੰਦਗੀ ਦੀਆਂ ਜ਼ਰੂਰਤਾਂ ਨੂੰ ਪੂਰੀਆਂ ਕਰੇਗਾ। ਪ੍ਰਭੂ ਤੁਹਾਨੂੰ ਬਹੁਤ ਸਾਰੀ ਬਰਕਤ ਦੇਵੇ, ਆਸ਼ੀਸ਼ ਦੇਵੇ। ਸਾਰਿਆਂ ਨੂੰ ਮੇਰੇ ਵੱਲੋਂ ਜੈ ਮਸੀਹ ਦੀ। ਆਓ ਛੋਟੀ ਜਿਹੀ ਪ੍ਰਾਰਥਨਾ ਕਰਾਂਗੇ, ਅੱਖਾਂ ਨੂੰ ਬੰਦ ਕਰੀਏ। ਸਰਵ ਸ਼ਕਤੀਮਾਨ ਪਿਤਾ ਪਰਮੇਸ਼ਰ, ਮੈਂ ਤੁਹਾਡਾ ਧੰਨਵਾਦ ਕਰਦਾ ਹਾਂ ਅੱਜ ਦੇ ਸਮੇਂ ਦੇ ਲਈ। ਜੋ ਮੇਰੇ ਭਰਾ ਮੇਰੀਆਂ ਭੈਣਾਂ ਮੈਨੂੰ ਸੁਣ ਰਹੀਆਂ ਨੇ, ਸਾਰਿਆਂ ਨੂੰ ਵੱਡੀ ਆਸ਼ੀਸ਼ ਔਰ ਬਰਕਤ ਦੇ। ਔਰ ਅਸੀਂ ਜੋ ਤੁਹਾਡੀ ਪਵਿੱਤਰ ਰਸਮ ਹੈ ਪ੍ਰਭੂ ਜੀ, ਬਪਤਿਸਮਾ, ਅਸੀਂ ਇਹਨੂੰ ਸਮਝਣ ਵਾਲੇ ਹੋਈਏ ਔਰ ਆਪਣੀ ਜ਼ਿੰਦਗੀ ਦੇ ਵਿੱਚ ਲਾਗੂ ਕਰੀਏ, ਔਰ ਬਹੁਤ ਸਾਰੇ ਲੋਕਾਂ ਨੂੰ ਸਿਖਾਉਣ ਵਾਲੇ ਹੋਈਏ। ਤੁਹਾਡਾ ਆਦਰ, ਤੁਹਾਡੀ ਮਹਿਮਾ ਕਰਦੇ ਹਾਂ ਪ੍ਰਭੂ ਯੀਸ਼ੂ ਮਸੀਹ ਦੇ ਪਵਿੱਤਰ ਨਾਮ ਦੇ ਵਿੱਚ ਸਭ ਮਿਲ ਕੇ ਆਖਾਂਗੇ ਆਮੀਨ, ਆਮੀਨ। ਥੈਂਕ ਯੂ ਸੋ ਮਚ। ਗੋਡ ਬਲੈਸ ਯੂ।